एवरीवन, सत श्री अकाल सारिਆਂ ਨੂੰ। ਅੱਜ ਆਪਾਂ ਸ਼ੁਰੂ ਕਰ ਰਹੇ ਹਾਂ ਕਲਾਸ 12th ਬਿਜ਼ਨਸ ਸਟੱਡੀਜ਼ ਦਾ ਚੈਪਟਰ ਨੰਬਰ 10 ਫਾਈਨੈਂਸ਼ੀਅਲ ਮਾਰਕੀਟ। ਤਾਂ ਇਸ ਚੈਪਟਰ ਦੇ ਵਿੱਚ ਆਪਾਂ ਫਾਈਨੈਂਸ਼ੀਅਲ ਮਾਰਕੀਟ ਬਾਰੇ ਪੜਾਂਗੇ, ਕੀ ਹੁੰਦੀ ਹੈ, ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਸਾਰਾ ਕੁਝ। ਠੀਕ ਹੈ, ਤਾਂ ਦੇਖੋ ਫਾਈਨੈਂਸ਼ੀਅਲ ਮਾਰਕੀਟ ਹੁੰਦੀ ਕੀ ਹੈ। ਜਿਵੇਂ ਨੋਰਮਲ ਮਾਰਕੀਟਸ ਹੁੰਦੀਆਂ ਗਿਆ, ਵੈਜੀਟੇਬਲ ਮਾਰਕੀਟ ਹੋਗੀ, ਠੀਕ ਹੈ, ਕਲੋਥਸ ਮਾਰਕੀਟ ਹੋਗੀ, ਉਹਨਾਂ ਵਾਂਗੂ ਹੀ ਇੱਕ ਮਾਰਕੀਟ ਹੈ ਫਾਈਨੈਂਸ਼ੀਅਲ ਮਾਰਕੀਟ। ਵੈਜੀਟੇਬਲ ਮਾਰਕੀਟ ਦੇ ਵਿੱਚ ਉਹ ਲੋਕ ਆਪਸ ਦੇ ਵਿੱਚ ਮੀਟ ਕਰਦੇ ਆ ਜਿਹੜੇ ਲੋਕ ਵੈਜੀਟੇਬਲਸ ਦੀ ਸਪਲਾਈ ਕਰ ਰਹੇ ਹੈਗੇ ਤੇ ਜਿਹੜੇ ਲੋਕ ਵੈਜੀਟੇਬਲਸ ਦੀ ਡਿਮਾਂਡ ਕਰ ਰਹੇ, ਯਾਨੀ ਕਿ ਜਿਹੜੇ ਲੋਕ ਵੈਜੀਟੇਬਲ ਪ੍ਰੋਡਿਊਸ ਕਰ ਰਹੇ ਤੇ ਜਿਹੜੇ ਲੋਕਾਂ ਨੂੰ ਵੈਜੀਟੇਬਲਸ ਚਾਹੀਦੀਆਂ ਉਹ ਆਪਸ ਦੇ ਵਿੱਚ ਜਿਸ ਮਾਰਕੀਟ ਦੇ ਵਿੱਚ ਮੀਟ ਕਰਦੇ ਆ ਉਹਨੂੰ ਆਪਾਂ ਵੈਜੀਟੇਬਲ ਮਾਰਕੀਟ ਕਹਿੰਦੇ। ਸਿਮਿਲਰਲੀ ਕਲੋਥਸ ਮਾਰਕੀਟ ਦੇ ਵਿੱਚ ਵੀ ਇਦਾਂ ਹੀ ਹੋਊਗਾ ਕਿ ਕਲੋਥਸ ਮਾਰਕੀਟ ਦੇ ਵਿੱਚ ਉਹ ਲੋਕ ਜਿਹੜੇ ਸਪਲਾਈ ਕਰਦੇ ਕਲੋਥ ਦੀ ਪਲੱਸ ਕਲੋਥ ਦੀ ਡਿਮਾਂਡ ਕਰਨ ਵਾਲੇ ਲੋਕ ਕੀ ਆਪਸ ਦੇ ਵਿੱਚ ਮਿਲਦੇ। ਤੇ ਹੁਣ ਫਾਈਨੈਂਸ਼ੀਅਲ ਮਾਰਕੀਟ ਦੀ ਜੇ ਆਪਾਂ ਗੱਲ ਕਰੀਏ, ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਵੀ ਕੁਝ ਇਦਾਂ ਦੇ ਹੀ ਲੋਕ ਮਿਲਦੇ ਹੈਗੇ, ਯਾਨੀ ਕਿ ਉਹ ਲੋਕ ਜਿਹੜੇ ਕਿ ਫੰਡਸ ਸਪਲਾਈ ਕਰਦੇ ਤੇ ਜਿਹੜੇ ਲੋਕ ਫੰਡਸ ਦੀ ਡਿਮਾਂਡ ਕਰਦੇ, ਉਹ ਲੋਕ ਜਿਹੜੀ ਮਾਰਕੀਟ ਦੇ ਵਿੱਚ ਆਪਸ ਚ ਮੀਟ ਕਰਨਗੇ ਉਸ ਮਾਰਕੀਟ ਨੂੰ ਆਪਾਂ ਨਾਮ ਦਿੱਤਾ ਹੋਏਗਾ ਫਾਈਨੈਂਸ਼ੀਅਲ ਮਾਰਕੀਟ ਦਾ। ਯਾਨੀ ਕਿ ਬਿਜ਼ਨਸਮੈਨਸ ਜਿਹੜੇ ਹੋਗੇ, ਕੰਪਨੀਆਂ ਜਿਹੜੀਆਂ ਹੁੰਦੀਆਂ, ਇਹਨਾਂ ਨੂੰ ਬਿਜ਼ਨੈਸਿਸ ਚਲਾਉਣ ਵਾਸਤੇ ਗਵਰਨਮੈਂਟ ਨੂੰ ਫੰਡਸ ਦੀ ਲੋੜ ਹੁੰਦੀ ਹੈਗੀ ਵੇਰੀਅਸ ਪ੍ਰੋਜੈਕਟਸ ਨੂੰ ਚਲਾਉਣ ਵਾਸਤੇ। ਇਹ ਸਾਰੇ ਲੋਕ ਕੀ ਕਰਦੇ ਹੈਗੇ, ਫੰਡਸ ਦੀ ਡਿਮਾਂਡ ਕਰਦੇ ਹੈਗੇ। ਤੇ ਆਪਣੇ ਵਰਗੇ ਲੋਕ ਜਿਹੜੇ ਕਿ ਸੇਵਿੰਗਸ ਕਰਦੇ ਹੈਗੇ, ਇਹ ਲੋਕ ਕੀ ਕਰਦੇ, ਫੰਡਸ ਦੀ ਸਪਲਾਈ ਕਰਦੇ ਹੈਗੇ। ਤੇ ਜਿਹੜੇ ਲੋਕ ਆਪਣੀ ਸੇਵਿੰਗਸ ਨੂੰ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੈਗੇ, ਉਹ ਲੋਕ ਉਹ ਕੀ ਕਰਦੇ ਹੈਗੇ, ਸਪਲਾਈ ਸਾਈਡ ਹੈਗੇ। ਤੇ ਜਿਹੜੇ ਲੋਕਾਂ ਨੂੰ ਫੰਡਸ ਦੀ ਰਿਕੁਆਇਰਮੈਂਟ ਹੈ ਬਿਜ਼ਨਸ ਦੇ ਵਿੱਚ ਪੈਸਾ ਇਨਵੈਸਟ ਕਰਨ ਲਈ, ਉਹ ਲੋਕ, ਇਹ ਸਾਰੇ ਲੋਕ ਕੀ ਕਰਦੇ, ਜਿਸ ਮਾਰਕੀਟ ਮਿਲਦੇ ਹੈਗੇ ਉਹਨੂੰ ਆਪਾਂ ਫਾਈਨੈਂਸ਼ੀਅਲ ਮਾਰਕੀਟ ਦਾ ਨਾਮ ਦਿੱਤਾ ਹੈਗਾ। ਤਾਂ ਬੇਸਿਕਲੀ ਕੀ ਹੁੰਦਾ ਹੈਗਾ ਕਿ ਜਿਹੜੇ ਕੰਪਨੀਆਂ ਹੁੰਦੀਆਂ, ਗਵਰਨਮੈਂਟ ਹੁੰਦੀ ਹੈਗੀ, ਉਹ ਕੁਝ ਸਿਕਿਉਰਿਟੀਜ਼ ਇਸ਼ੂ ਕਰਦੀ ਹੈਗੀ। ਸਿਕਿਉਰਿਟੀਜ਼ ਜੇ ਆਪਾਂ ਕਹਿ ਸਕੀਏ ਜਿਵੇਂ ਕਿ ਸ਼ੇਅਰਸ ਹੋ ਗਏ, ਡਿਬੈਂਚਰਸ ਹੋ ਗਏ, ਇਹਨਾਂ ਸ਼ੇਅਰਸ ਡਿਬੈਂਚਰਸ ਨੂੰ ਇਸ਼ੂ ਕਰਕੇ ਉਹ ਕੀ ਕਰਦੇ ਹੈਗੇ, ਫੰਡਸ ਰੇਜ਼ ਕਰਦੇ ਆ। ਤੇ ਜਿਸ ਮਾਰਕੀਟ ਦੇ ਵਿੱਚ ਸ਼ੇਅਰਸ ਇਸ਼ੂ ਕੀਤੇ ਜਾਂਦੇ ਆ, ਡਿਬੈਂਚਰਸ ਇਸ਼ੂ ਕੀਤੇ ਜਾਂਦੇ, ਜਾਂ ਫਿਰ ਹੋਰ ਵੀ ਕੋਈ ਸਿਕਿਉਰਿਟੀ ਜਿਹੜੀ ਕਿ ਤੁਸੀਂ ਪੈਸੇ ਰੇਜ਼ ਕਰਨ ਲਈ ਇਸ਼ੂ ਕਰ ਰਹੇ ਹੋਗੇ, ਜਿਸ ਮਾਰਕੀਟ ਦੇ ਵਿੱਚ ਤੁਸੀਂ ਸਿਕਿਉਰਿਟੀ ਇਸ਼ੂ ਕਰੋਗੇ ਉਹਨੂੰ ਆਪਾਂ ਨਾਮ ਦਿੰਦੇ ਹੈਗੇ ਫਾਈਨੈਂਸ਼ੀਅਲ ਮਾਰਕੀਟ ਦਾ। ਇਟ ਰੈਫਰਸ ਟੂ दैट ਮਾਰਕੀਟ ਵਿਚ ਕ੍ਰੀਏਟਸ ਐਂਡ ਐਕਸਚੇਂजेस ਫਾਈਨੈਂਸ਼ੀਅਲ ਐਸੈਟਸ। फाइनेंशियल एसेट्स का की मतलब हैगा वही सिक्योरिटीज, फाइनेंशियल सिक्योरिटीज जिन्हां नूं इशू करके तुसी फंड्स रेज कर दोगे, उन्हां नूं आपां नाम दिता हैगा फाइनेंशियल एसेट्स दा। यानी कि शेयर्स, डिबेंचर्स, बॉन्ड्स वगैरह सारा कुछ फाइनेंशियल एसेट्स दी डेफिनेशन दे विच आंदा हैगा। ते फाइनेंशियल मार्केट एक इहो जी मार्केट है जिथे तुसी फर्स्ट टाइम की कर रहे होगे, इशू कर रहे होगे सिक्योरिटीज नूं, ते ओहो जी जगह जिथे ऑलरेडी जो सिक्योरिटीज इशू होईयां भी हैगियां ओह तुसी रीसेल कर रहे हो, आपस दे विच इन्वेस्टर्स एक्सचेंज कर रहे हैगे, उस जी जगह नूं आपां नाम दिता होएगा फाइनेंशियल मार्केट दा। तां देखो फाइनेंशियल एसेट्स दी तुहानूं डेफिनेशन दित्ती होई हैगी। इट रेफर्स टू दी फाइनेंशियल इंस्ट्रूमेंट्स और सिक्योरिटीज, एग्जांपल शेयर्स, डिबेंचर, ट्रेजरी बिल्स, कमर्शियल पेपर्स एटसेट्रा। ये सारिया सिक्योरिटीज ਜਿਹੜੀਆਂ ਹੈਗੀਆਂ ਇਹਨਾਂ ਨੂੰ ਇਸ਼ੂ ਕਰਕੇ ਆਪਾਂ ਕੀ ਕਰ ਦੇਂਗੇ, ਫੰਡਸ ਰੇਜ਼ ਕਰਦੇ ਹਾਂ। ਜੋ ਵੀ ਆਪਣੇ ਬਿਜ਼ਨਸ ਦੇ ਵਿੱਚ, ਆਪਣੀ ਕੰਪਨੀ ਦੇ ਵਿੱਚ ਆਪਾਂ ਨੂੰ ਫੰਡਸ ਦੀ ਰਿਕੁਆਇਰਮੈਂਟ ਹੁੰਦੀ ਹੈ, ਆਪਾਂ ਫਾਈਨੈਂਸ਼ੀਅਲ ਮੈਨੇਜਮੈਂਟ ਚੈਪਟਰ 'ਚ ਪੜ੍ਹ ਕੇ ਆਏਗੇ ਕਿ ਜੇ ਤੁਸੀਂ ਬਿਜ਼ਨਸ ਸ਼ੁਰੂ ਵੀ ਕਰਨਾ, ਬਿਜ਼ਨਸ ਨੂੰ ਰਨ ਕਰਨਾ, ਬਿਜ਼ਨਸ ਨੂੰ ਐਕਸਪੈਂਡ ਕਰਨਾ, ਹਰ ਇੱਕ ਚੀਜ਼ ਲਈ ਤੁਹਾਨੂੰ ਕੀ ਚਾਹੀਦਾ ਹੈ ਕਿ ਫਾਈਨੈਂਸ ਚਾਹੀਦਾ ਹੈ। ਤਾਂ ਫਾਈਨੈਂਸ ਕਿੱਥੋਂ ਰੇਜ਼ ਕੀਤਾ ਜਾਊਗਾ, ਕਿੱਥੋਂ ਆਪਾਂ ਨੂੰ ਫਾਈਨੈਂਸ ਮਿਲ ਸਕਦਾ ਹੈਗਾ। ਜਿਹੜੀ ਮਾਰਕੀਟ ਦੇ ਵਿੱਚ ਤੁਸੀਂ ਫਾਈਨੈਂਸ ਲੈਣ ਜਾਣਦੇ ਹੋਗੇ ਸਿਕਿਉਰਿਟੀਜ਼ ਇਸ਼ੂ ਕਰਕੇ, ਉਹ ਮਾਰਕੀਟ ਨੂੰ ਆਪਾਂ ਫਾਈਨੈਂਸ਼ੀਅਲ ਮਾਰਕੀਟ ਦਾ ਨਾਮ ਦਿੱਤਾ ਗਿਆ। ਤੇ ਜਿਹੜੀਆਂ ਉਸ ਮਾਰਕੀਟ ਦੇ ਵਿੱਚ ਤੁਸੀਂ ਆਪਦੀ ਕੰਪਨੀ ਦੀਆਂ ਸਿਕਿਉਰਿਟੀਜ਼ ਇਸ਼ੂ ਕਰਦੇ ਹੋ, ਉਹਨਾਂ ਸਿਕਿਉਰਿਟੀਜ਼ ਨੂੰ ਆਪਾਂ ਨਾਮ ਦਿੱਤਾ ਹੈਗਾ ਫਾਈਨੈਂਸ਼ੀਅਲ ਐਸੈਟਸ ਦਾ। ਇੰਨੀ ਗੱਲ ਸਮਝ ਆ ਗਈ ਫਾਈਨੈਂਸ਼ੀਅਲ ਐਸੈਟਸ ਕੀ ਹੁੰਦੇ ਹੈਗੇ, ਫਾਈਨੈਂਸ਼ੀਅਲ ਮਾਰਕੀਟ ਕੀ ਹੁੰਦੀ ਹੈਗੀ। ਹੁਣ ਆਪਾਂ ਪੜ੍ਹਨਾ ਹੈਗਾ ਕਿ ਉਸ ਮਾਰਕੀਟ ਦਾ ਫੰਕਸ਼ਨ ਕੀ ਹੈਗਾ, ਕਿ ਉਹ ਮਾਰਕੀਟ ਕੀ ਕੰਮ ਪਰਫਾਰਮ ਕਰਦੀ, ਜਿਹਦੇ ਵਿੱਚ ਫਾਈਨੈਂਸ ਦਾ ਲੈਣ ਦੇਣ ਹੁੰਦਾ ਹੈਗਾ, ਜਿਹਦੇ ਵਿੱਚ ਫਾਈਨੈਂਸ ਦੀ ਸਪਲਾਈ ਕਰਨ ਵਾਲੇ ਲੋਕ ਤੇ ਫਾਈਨੈਂਸ ਦੀ ਡਿਮਾਂਡ ਕਰਨ ਵਾਲੇ ਲੋਕ ਆਪਸ ਦੇ ਵਿੱਚ ਮੀਟ ਕਰਦੇ। ਉਸ ਮਾਰਕੀਟ ਦਾ ਕੀ ਕੰਮ ਹੈ। ਸਭ ਤੋਂ ਪਹਿਲਾਂ ਫੰਕਸ਼ਨ ਕੀ ਦਿੱਤਾ ਹੋਏਗਾ, ਮੋਬਿਲਾਈਜੇਸ਼ਨ ਆਫ ਸੇਵਿੰਗਸ ਐਂਡ देयर ਚੈਨਲਾਈਜੇਸ਼ਨ इनटू मोर प्रोडक्टिव वर्क या फिर मोर प्रोडक्टिव यूज तुसी कह सकते होंगे। तो देखो फाइनेंशियल मार्केट की करदी हैगी, हुणी मैं तुहानू कहागा कि जेड़े लोग फाइनेंस दी सप्लाई करदे हैगे ते प्लस जेड़े लोग फाइनेंस दी डिमांड करदे हैगे, ओहो फाइनेंशियल मार्केट दे विच आपस दे विच मीट करदे हैगे। हुण फाइनेंस दी सप्लाई करन वाले लोग किहड़े हो गए, अपने अरगे लोग जेड़े कि सेविंग्स करदे, जिन्हां कोले सेविंग्स है, जेड़े पैसे सेव करके रखदे हैगे ते फाइनेंशियल सिक्योरिटीज नूं खरीद सकदे हैगे, ओ लोग की करदे हैगे, सप्लाई साइड हुंदे हैगे। हुण फाइनेंशियल मार्केट दे विच बेसिकली हुंदा की हैगा कि जेड़े लोग आह सेविंग्स करके रखे, हुण मेरे कोले मेरियां 50,000 रुपए दी सेविंग्स पई है, जे तो मैं सिर्फ आपदे घरे सेविंग्स की तरह ही रखूंगी तो उस 50,000 सिर्फ 50,000 ही रहने वाला है। लेकिन जे उस 50,000 नूं मैं किसी बिजनेस दे विच इन्वेस्ट कर दूंगी,
फॉर एग्जाम्पल कि उस बिजनेस तो प्रॉफिट रिटर्न जिहड़ी हैगी कि 10% ਦੀ रिटर्न मिलना है। मैं किसी बिजनेस ਦੇ ਵਿੱਚ ਆਪਦੇ 50,000 ਨੂੰ ਇਨਵੈਸਟ ਕਰਤਾ ਤੇ ਉਸ ਬਿਜ਼ਨਸ ਤੋਂ ਪ੍ਰੋਫਿਟ ਰਿਟਰਨ ਕਿੰਨਾ ਹੁੰਦਾ ਹੈਗਾ 10% ਹੁੰਦਾ ਹੈ। ਤਾਂ 50,000 ਇਨਵੈਸਟ ਕਰਕੇ ਮੈਨੂੰ ਉਹਦੇ ਉੱਤੇ ਕਿੰਨਾ ਪ੍ਰੋਫਿਟ ਹੋ ਗਿਆ 5,000। ਤਾਂ ਮੇਰਾ 50,000 ਕਿੰਨਾ ਬਣ ਜਾਊਗਾ 55,000 ਹੋ ਜਾਊਗਾ ਜੇ ਮੈਂ ਇਸ 50,000 ਨੂੰ ਕਿਤੇ ਇਨਵੈਸਟ ਕਰ ਦਿੰਦੀ ਹਾਂ। ਜੇ ਮੈਂ ਆ ਵੀ 5,000 ਇਨਵੈਸਟ ਕਰ ਦੂੰਗੀ ਫਰਦਰ ਤਾਂ 10% ਮੈਨੂੰ ਹੋਰ ਰਿਟਰਨ ਕਾਤੇ ਮਿਲੂਗੀ 55,000 ਤੇ, ਯਾਨੀ ਕਿ 5500 ਰੁਪਏ ਮੈਂ ਹੋਰ ਅਰਨ ਕਰ ਲੂੰਗੀ। ਤਾਂ ਮਤਲਬ ਮੇਰੇ ਕਹਿਣ ਦਾ ਮਤਲਬ ਕੀ ਹੈਗਾ ਸਿੰਪਲ ਭਾਸ਼ਾ ਚ ਜੇ ਆਪਾਂ ਕਹੀਏ ਜੇ ਤੁਸੀਂ ਪੈਸੇ ਨੂੰ ਕਿਸੇ ਪ੍ਰੋਡਕਟਿਵ ਕੰਮ ਦੇ ਵਿੱਚ ਲਗਾਉਂਦੇ ਹੋ ਕਿਸੇ ਨੂੰ ਕਿਤੇ ਉਹਨੂੰ ਇਨਵੈਸਟ ਕਰਕੇ ਰੱਖ ਦਿਓਗੇ ਤਾਂ ਹਮੇਸ਼ਾ ਪੈਸਾ ਜੋ ਹੈ ਉਹ ਇਨਕਰੀਜ਼ ਹੋਊਗਾ। ਪਹਿਲਾਂ 50,000 ਸੀ ਉਹ ਤੇ 5,000 ਦਾ ਪ੍ਰੋਫਿਟ ਹੋ ਗਿਆ 55,000 ਹੋ ਗਿਆ 55,000 ਫਿਰ ਇਨਵੈਸਟ ਕਰਕੇ ਉਹਦੇ ਤੇ 10% ਦਾ ਪ੍ਰੋਫਿਟ 5500 ਹੋ ਗਿਆ ਤੇ ਇਹ ਹੋ ਗਿਆ ਤੁਹਾਡਾ 60,500 ਰੁਪਏ। ਲੇਕਿਨ ਜੇ ਮੈਂ ਸਿਰਫ ਆਪਦੇ 50,000 ਨੂੰ ਸੇਵ ਕਰਕੇ ਆਪਦੇ ਘਰੇ ਅਲਮਾਰੀ 'ਚ ਸਾਂਭ ਕੇ ਰੱਖੂੰਗੀ ਉਹ 50,000 ਹੀ ਰਹਿਣ ਵਾਲਾ ਹੈ 50,000 ਤੋਂ 1 ਰੁਪਿਆ ਵੀ ਨਹੀਂ ਵਧਣ ਆਗਾ। ਤਾਂ ਫਾਈਨੈਂਸ਼ੀਅਲ ਮਾਰਕੀਟ ਦਾ ਸਭ ਤੋਂ ਪਹਿਲਾ ਕੰਮ ਇਹੀ ਹੈਗਾ ਕਿ ਜੋ ਤੁਹਾਡੀ ਸੇਵਿੰਗਸ ਏਦਾਂ ਹੀ ਪਈ ਹੈਗੀ ਜਿਹਦਾ ਕੋਈ ਯੂਜ਼ ਨਹੀਂ ਹੋ ਰਿਹਾ ਉਸ ਸੇਵਿੰਗ ਨੂੰ ਮੂਵ ਕਰ ਦਿੰਦੀ ਹੈਗੀ ਤੇ ਚੈਨਲਾਈਜ਼ ਕਰ ਦਿੰਦੀ ਹੈਗੀ ਕਿਸੇ ਪ੍ਰੋਡਕਟਿਵ ਯੂਜ਼ ਤੇ। ਚੈਨਲਾਈਜ਼ ਕਰ ਦਿੰਦੀ ਹੈ ਮਤਲਬ ਕਿ ਕਿਸੇ ਪ੍ਰੋਡਕਟਿਵ ਕੰਮ ਦੇ ਵਿੱਚ ਆਪਾਂ ਉਸ ਪੈਸੇ ਨੂੰ ਕੀ ਕਰ ਲੈਂਦੇ ਹਾਂ ਯੂਜ਼ ਕਰ ਲੈਂਦੇ ਹਾਂ ਫਾਈਨੈਂਸ਼ੀਅਲ ਮਾਰਕੀਟ ਦੀ ਹੈਲਪ ਨਾਲ। ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚੋਂ ਆਪਾਂ ਨੂੰ ਸਿਕਿਉਰਿਟੀਜ਼ ਮਿਲ ਜਾਣਗੀਆਂ ਜੇ ਉਹ ਆਪਾਂ ਖਰੀਦ ਲਾਂਗੇ ਤਾਂ ਆਪਣੇ ਆਪ ਆਪਣਾ ਪੈਸਾ ਕਿਤੇ ਕੋਈ ਗਿਆ ਕੰਪਨੀਜ਼ ਕੋਲੇ ਗਿਆ ਕੰਪਨੀਜ਼ ਕੀ ਕਰਨਗੇ ਉਹਨੂੰ ਬਿਜ਼ਨਸ ਤੇ ਇਨਵੈਸਟ ਕਰਨਗੇ ਪੈਸਾ ਤੇ ਜੇ ਬਿਜ਼ਨਸ ਰਨ ਹੋਊਗਾ ਜ਼ਿਆਦਾ ਪ੍ਰੋਡਕਸ਼ਨ ਹੋਊਗੀ ਐਕਸਪੈਂਡ ਹੋਊਗਾ ਤਾਂ ਪ੍ਰੋਫਿਟ ਆਪਾਂ ਨੂੰ ਅਰਨ ਹੋਊਗਾ ਤਾਂ ਪੈਸਾ ਕੀ ਹੋਊਗਾ ਇਨਕਰੀਜ਼ ਹੋ ਜਾਊਗਾ। ਤੇ ਇਹ ਹੈਗਾ ਤੁਹਾਡਾ ਫਰਸਟ ਫੰਕਸ਼ਨ ਮੋਬਿਲਾਈਜੇਸ਼ਨ ਆਫ savings and their channelization into more productive use। then ਆ ਜਾਂਦਾਗਾ facilitates price discovery। ਹੁਣ ਜੇ ਆਪਾਂ ਵੈਜੀਟੇਬਲ ਮਾਰਕੀਟ ਦੀ ਗੱਲ ਕਰੀਏ ਹੁਣ ਵੈਜੀਟੇਬਲ ਮਾਰਕੀਟ ਦੇ ਵਿੱਚ ਅਨੀਅਨ ਦੇ ਪ੍ਰਾਈਸ ਕੀ ਨੇ ਇਹ ਕੌਣ ਡਿਸਾਈਡ ਕਰੂਗਾ ਅਨੀਅਨ ਦੀ ਸਪਲਾਈ ਤੇ डिमांड किन्नी अनियन दी सप्लाई है ते अनियन दी की डिमांड है ओदे अकॉर्डिंग की होगा प्राइसेस जो है वो तय किते जाणगे। हुण फाइनेंशियल मार्केट दे विच भी की हुंदा हैगा जो फाइनेंशियल एसेट्स हैगी उन्हां दी सप्लाई ते डिमांड हुंदी हैगी। तो फाइनेंशियल मार्केट दे विच जो फाइनेंशियल एसेट्स है उन्हां दी सप्लाई ते डिमांड नूं देख के आपां उन्हां दे प्राइसेस तय कर देंगे कि शेयर्स दी वैल्यू किन्नी होनी चाहिए है डिबेंचर दी वैल्यू किन्नी होनी चाहिए है। जिहड़ी कंपनी दे शेयर्स जिहड़े हैगे जिहड़ी कंपनी दे शेयर्स दी डिमांड ज्यादा होगी सप्लाई घट होगी ओदी वैल्यू ज्यादा होगी। जे किसी कंपनी दे शेयर्स दी डिमांड बहुत ज्यादा घट है लेकिन सप्लाई ज्यादा है फिर उन्हां दे पैसे शेयर्स दी वैल्यू भी की होगी घट होगी। तो फाइनेंशियल मार्केट आपां नूं जो सिक्योरिटीज आपां मार्केट दे विच इशू कर रहे हैं उन्हां दा की प्राइस होना चाहिए वो प्राइस डिटरमाइन करन च भी हेल्प करदी है। प्रोवाइड्स लिक्विडिटी टू फाइनेंशियल एसेट्स। लिक्विडिटी ਦਾ ਮਤਲਬ ਹੁੰਦਾ ਹੈਗਾ ਕਨਵਰਟੇਬਲ ਇਨਟੂ ਕੈਸ਼। ਜਦੋਂ ਤੁਸੀਂ ਕੈਸ਼ ਦੀ ਫਾਰਮ ਦੇ ਵਿੱਚ ਜਿਹੜੇ ਤੁਹਾਡੇ ਕੋਲੇ ਐਸੈਟਸ ਪਏ ਹੁੰਦੇ ਹੈਗੇ ਉਹਨਾਂ ਨੂੰ ਆਪਾਂ ਲਿਕੁਇਡ ਐਸੈਟਸ ਕਹਿ ਦਿੰਦੇ ਹੈਗੇ। ਕੈਸ਼ ਕਹਿ ਲਓ ਜਾਂ ਕੈਸ਼ ਦੇ ਵਿੱਚ ਛੇਤੀ ਤੋਂ ਛੇਤੀ ਕਨਵਰਟ ਹੋਣ ਵਾਲੇ ਜਿਹੜੇ ਵੀ ਐਸੈਟਸ ਹੁੰਦੇ ਹੈਗੇ ਉਹਨਾਂ ਨੂੰ ਆਪਾਂ ਲਿਕੁਇਡ ਐਸੈਟਸ ਕਹਿ ਦਿੰਦੇ ਹੈਗੇ। ਤੇ ਜਦੋਂ ਦੇਖੋ ਤੁਸੀਂ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਪੈਸਾ ਇਨਵੈਸਟ ਕਰ ਦੋਗੇ ਤਾਂ ਤੁਹਾਡਾ ਪੈਸਾ ਕਿਸੇ ਫਾਈਨੈਂਸ਼ੀਅਲ ਐਸੈਟ ਦੇ ਵਿੱਚ ਇਨਵੈਸਟ ਹੋ ਗਿਆ। ਹੁਣ ਉਸ ਐਸੈਟ ਨੂੰ लिक्विडिटी प्रोवाइड करन दा भी काम कौन करदी है फाइनेंशियल एसेट कर फाइनेंशियल मार्केट करदी है। लिक्विडिटी प्रोवाइड करन दा काम मतलब कि तुसी कदों भी फाइनेंशियल मार्केट दे विच उन्हां एसेट्स नू सेल ऑफ करके पैसिਆਂ ਦੇ ਵਿੱਚ ਕਨਵਰਟ ਕਰ ਸਕਦੇ ਹੋਗੇ। यानी कि तुसी मान लो किसी कंपनी दे शेयर्स खरीदे होए हैगे 50,000 ਦੇ ਹੁਣ ਤੁਹਾਨੂੰ ਅਰਜੈਂਟਲੀ ਪੈਸਿਆਂ ਦੀ ਲੋੜ ਪੈ ਗਈ ਤਾਂ ਫਾਈਨੈਂਸ਼ੀਅਲ ਮਾਰਕੀਟ ਤੁਹਾਨੂੰ ਇਹ ਵੀ ਓਪਰਚੁਨਿਟੀ ਪ੍ਰੋਵਾਈਡ ਕਰਦੀ ਹੈ ਕਿ ਇਹਨਾਂ 50,000 ਦੇ ਸ਼ੇਅਰਸ ਨੂੰ ਤੁਸੀਂ ਕਦੋਂ ਵੀ ਕਿਸੇ ਨੂੰ ਵੀ ਮਰਜ਼ੀ ਵੇਚ ਕੇ ਕੀ ਕਰ ਸਕਦੇ ਹੋ ਪੈਸਿਆਂ ਦੇ ਵਿੱਚ ਕੈਸ਼ ਦੇ ਵਿੱਚ ਇਹਨਾਂ ਸ਼ੇਅਰਸ ਨੂੰ ਕਨਵਰਟ ਕਰ ਸਕਦੇ ਹੋ ਤੇ ਇਹੀ ਕੈਸ਼ ਦੇ ਵਿੱਚ ਕਨਵਰਟ ਕਰਨ ਨੂੰ ਕੀ ਕਿਹਾ ਗਿਆ ਹੈਗਾ ਲਿਕੁਇਡਿਟੀ ਪ੍ਰੋਵਾਈਡ ਕਰਨਾ। ਤਾਂ ਇਹ ਆਪਸ਼ਨ ਪ੍ਰੋਵਾਈਡ ਕਰਦੀ ਯਾਨੀ ਕਿ ਸ਼ੇਅਰ ਹੋਲਡਰਸ ਜਿਹੜੇ ਵੀ ਮਤਲਬ ਇਨਵੈਸਟਰਸ ਹੈ ਨਾ ਉਹਨਾਂ ਕੋਲ ਵਧੀਆ ਓਪਰਚੁਨਿਟੀ ਹੈਗੀ ਕਿ ਉਹ ਆਪਣਾ ਪੈਸਾ ਇਨਵੈਸਟ ਕਰਨ। ਪੈਸਾ ਜੇ ਇਨਵੈਸਟ ਕਰਨਗੇ ਉਹਦੇ ਤੇ ਉਹਨਾਂ ਨੂੰ ਪ੍ਰੋਫਿਟ ਤਾਂ ਮਿਲੂਗਾ ਹੀ ਮਿਲੂਗਾ ਪਲੱਸ ਜਦੋਂ ਵੀ ਉਹਨਾਂ ਨੂੰ ਲੋੜ ਪੈਂਦੀ ਉਹ ਆਪਦਾ ਪੈਸਾ ਉੱਥੋਂ ਵਿਡਰੋ ਵੀ ਕਰ ਸਕਦੇ ਆਪਦੀ ਸਿਕਿਉਰਿਟੀਜ਼ ਨੂੰ ਵੇਚ ਕੇ। reduces the cost of transaction। फाइनेंशियल मार्केट एक प्रॉपर मार्केट प्लेस है कि जिथे ਤੁਹਾਨੂੰ ਹਰ ਇੱਕ ਕੰਪਨੀ ਦੀ ਸਿਕਿਉਰਿਟੀਜ਼ ਦੀ ਇਨਸਟਰੂਮੈਂਟਸ ਦੀ ਜਿਹੜੀ ਵੀ ਉਹ ਇਸ਼ੂ ਕਰ ਰਹੇ ਉਹਨਾਂ ਦੀ ਪ੍ਰੋਪਰ ਇਨਫੋਰਮੇਸ਼ਨ ਮਿਲ ਜੂਗੀ। ਕੰਪਨੀ ਕੀ ਕੰਮ ਕਰਦੀ ਹੈ ਕੰਪਨੀ ਦਾ ਕੀ ਆਬਜੈਕਟਿਵ ਹੈ ਕੀ ਕੰਪਨੀ ਦੀ ਰੈਪੂਟੇਸ਼ਨ ਹੈ ਮਾਰਕੀਟ ਦੇ ਵਿੱਚ ਠੀਕ ਹੈ ਸਾਰੀ ਇਨਫੋਰਮੇਸ਼ਨ ਤੁਹਾਨੂੰ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਬਾਰੇ ਪ੍ਰੋਪਰਲੀ ਮਿਲ ਜੂਗੀ। ਤੇ ਜਿਹੜੀ ਵੀ ਬਿਜ਼ਨਸ ਦੇ ਵਿੱਚ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਕੰਪਨੀ ਦੇ ਵਿੱਚ ਉਹ ਕੰਪਨੀ ਦੇ ਵਿੱਚ ਪੈਸੇ ਇਨਵੈਸਟ ਕਰਕੇ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਇਸ ਚੀਜ਼ ਤੇ ਤੁਹਾਨੂੰ ਰਿਸਰਚ ਕਰਕੇ ਟਾਈਮ ਵੇਸਟ ਕਰਨ ਦੀ ਜਾਂ ਪੈਸੇ ਵੇਸਟ ਕਰਨ ਦੀ
लोड़ नहीं हैगी। फाइनेंशियल मार्केट ये सारी इंफॉर्मेशन ਤੁਹਾਨੂੰ ਇੱਕੋ ਹੀ ਜਗ੍ਹਾ ਤੇ ਪ੍ਰੋਵਾਈਡ ਕਰੂਗੀ। यानी कि अलग-अलग कंपनियां बारे ਤੁਹਾਨੂੰ पढ़ के अलग-अलग कंपनियां ਦੀ रिसर्च ਕਰਨ ਤੇ ਆਪਾਂ ਨੂੰ ਕੋਈ ਵੀ ਖਰਚਾ ਕਰਨ ਦੀ, ਕੋਈ ਵੀ ਟਾਈਮ ਵੇਸਟ ਕਰਨ ਦੀ ਲੋੜ ਨਹੀਂ। ਸਾਰੀ इंफॉर्मेशन ਇੱਕੋ ਹੀ ਜਗ੍ਹਾ ਤੇ ਤੁਹਾਨੂੰ फाइनेंशियल मार्केट ਦੇ ਵਿੱਚੋਂ प्रॉपरली मिल जूगी। ਤਾਂ ਇਹ ਸਾਰੇ फंक्शंस जो है फाइनेंशियल मार्केट द्वारा प्रोवाइड किए जाते हैं। एक तो की हैगा सॉरी परफॉर्म किए जाते हैं, एक की हैगा सेविंग्स नू चैनलाइज करते प्रोडक्टिव यूज दे विच, प्राइस डिस्कवरी करते हैं, फाइनेंशियल एसेट्स नू लिक्विडिटी प्रोवाइड करते हैं, प्लस कॉस्ट ऑफ ट्रांजैक्शंस भी रिड्यूस करते हैं कि थोनू बाला मत्था मारन दी लोड़ नहीं पऊगी। इजीली थोनू सारी इंफॉर्मेशन फाइनेंशियल मार्केट चों मिल सकती है। नाउ नेक्स्ट इज टाइप्स ऑफ फाइनेंशियल मार्केट। हुण आपां एक बाजार की गल कर रहे हैं जिथे पैसों का लैन देन हो रहा है, सिक्योरिटीज लैन देन हो रहा है, उहदे बदले पैसे फंड्स रेज कर रही है कंपनीज। वो मार्केट जिहड़ी हैगी दो तरह की हुंदी हैगी, एक हुंदी हैगी मनी मार्केट ते दूसरी हुंदी हैगी कैपिटल मार्केट। बेसिकली देखो जो फंड्स की रिक्वायरमेंट हुंदी है ना, ये आप सारा कुछ ना जिहड़ा 9th चैप्टर है फाइनेंशियल मैनेजमेंट उहदे विच पढ़िया होएगा कि किसी भी बिजनेस नूं दो तरह के फंड्स की रिक्वायरमेंट हुंदी है, एक शॉर्ट टर्म फंड्स की, एक लॉन्ग टर्म फंड्स की। शॉर्ट टर्म मतलब शॉर्ट पीरियड लिए जो बिजनेस नूं रिक्वायरमेंट है पैसों की, ते लॉन्ग टर्म फंड्स यानी कि लॉन्ग टाइम पीरियड 5-6 साल यानी कि 1 साल तो बाद पैसों की जो जरूरत है वो लॉन्ग पीरियड दे विच आ जाता है। 1 साल तो घट टाइम पीरियड लिए जो तुहानूं पैसों की लोड़ हैगी तो वो शॉर्ट टाइम पीरियड लिए आ जाता है। तो दो तरह की मार्केट्स हुंदी है, एक मनी मार्केट ते एक कैपिटल मार्केट। जे तुहानूं शॉर्ट टर्म फाइनेंस की रिक्वायरमेंट है तो ਉਹਦੇ ਲਈ ਤੁਸੀਂ ਕੀ ਦੇ ਵਿੱਚ ਜਾਓਗੇ, मनी मार्केट। यानी कि मनी मार्केट एक ਇਹੋ जी मार्केट है जिहड़ी कि शॉर्ट टर्म सिक्योरिटीज ਦੇ ਵਿੱਚ डील करदी हैगी, ਤੇ कैपिटल मार्केट लॉन्ग टर्म फाइनेंशियल एसेट्स ਦੇ ਵਿੱਚ डील करदी है। यानी कि कैपिटल मार्केट दे विच सारियां ओ सिक्योरिटीज इशू कीतियां जाणगियां जिहड़ियां लॉन्ग टर्म फाइनेंस ਲਈ यूज करदियां कंपनीज, ते मनी मार्केट दे विच ओ सारे इंस्ट्रूमेंट्स होणगे जिहड़े कि शॉर्ट टाइम रिक्वायरमेंट जिहड़ी हैगी अपनी पूरी करदे आ। हुण मनी मार्केट जिहड़ी हैगी ओहदे विच आह 5 तरह दे इंस्ट्रूमेंट्स आंदे हैगे अलग-अलग, ते इन्हां बेसिस ते मनी मार्केट भी जिहड़ी हुंदी हैगी अलग-अलग टाइप्स दी हुंदी है। यानी कि ट्रेजरी बिल्स जिहड़ी मार्केट दे विच इशू कीते जांदे उहनूं आपां ट्रेजरी बिल मार्केट कहंदे आ। कमर्शियल पेपर जिहड़ी मार्केट दे विच इशू कीते जांदे उहनूं आपां कमर्शियल पेपर मार्केट कहंदे आ। इदां ही कॉल मनी, सर्टिफिकेट ऑफ डिपॉजिट्स ते कमर्शियल बिल मार्केट्स भी हुंदियां हैगियां। ਹੁਣ ਨੈਕਸਟ कैपिटल मार्केट जिहड़ी हैगी वो दो तरह की हुंदी हैगी, प्राइमरी मार्केट ते सैकेंडरी मार्केट। 1 बाय 1 करके सारा कुछ ये आप डिटेल दे विच पढ़न वाले। नाउ हुण आपां पढ़दे हांगे सब तो पहला मनी मार्केट बारे। तो देखो जिवें कि मैं तुहानूं दस्सिया मनी मार्केट की हैगा, इट रेफर्स टू दैट मार्केट वेयर ट्रांजैक्शंस इन शॉर्ट टर्म सिक्योरिटीज आर मेड। एक इहो जी मार्केट है कि जिहदे विच तुसीं शॉर्ट टर्म सिक्योरिटीज दे विच डील करदे होगे। हुण मनी मार्केट दे फीचर्स की हैगे, ज्यादा लिक्विडिटी इहदे विच। क्यों ज्यादा लिक्विडिटी क्यों आएंगे? क्योंकि शॉर्ट टर्म फाइनेंस शॉर्ट टर्म सिक्योरिटीज दे विच डील कर रहे हो। शॉर्ट टर्म का की मतलब हैगा विद इन 1 ईयर, कि विद इन 1 ईयर तुसी इन्ना सिक्योरिटीज बदले जो फंड रेज किया हैगा ओहो वापस मोड़ दोगे इन्वेस्टर्स नू। ते इहदे विच लिक्विडिटी ज्यादा हुंदी है कि सिक्योरिटीज ज्यादा जल्दी की हैगी कैश दे विच कन्वर्ट हो जाती है। लो ट्रांजैक्शन कॉस्ट, जदों तुसी मनी मार्केट दे इंस्ट्रूमेंट्स दी आपां गल करते हैं, हुण फाइनेंशियल मार्केट दे विच ना सॉरी फाइनेंशियल मैनेजमेंट दे विच आपां एक पॉइंट पढ़िया सीगा फ्लोटेशन कॉस्ट वाला, कि जदों भी कंपनीज डिसाइड करदे हैं कि उन्होंने शेयर्स इशू करने हैं, डिबेंचर्स इशू करने हैं, तो हमेशा ये चेक करते हैं कि फ्लोटेशन कॉस्ट किहदे ते वध पऊगी। तो फ्लोटेशन कॉस्ट की हुंदी हैगी जदों भी कंपनी लॉन्ग टर्म सिक्योरिटीज इशू करदी है, शेयर्स डिबेंचर्स किसी भी तरह की लॉन्ग टर्म सिक्योरिटी कंपनी इशू कर देगी, तो उन्हां सिक्योरिटीज नूं इशू करन ते कंपनी दा जो खर्चा हो रहा हैगा उन्होंने आपां कहने हैगे फ्लोटेशन कॉस्ट। यानी कि न्यू शेयर्स नूं इशू करना, न्यू डिबेंचर्स, न्यू सिक्योरिटीज इशू करना की किया जाता है फ्लोटिंग ऑफ शेयर्स, ते ओ फ्लोटिंग ऑफ शेयर्स से जो खर्चा हो रहा है उन्होंने कहा जाता है फ्लोटेशन कॉस्ट। तो जो भी लॉन्ग टर्म सिक्योरिटीज आप इशू करते तो हमेशा लॉन्ग टर्म सिक्योरिटीज से आपको फ्लोटेशन कॉस्ट बेयर करनी पड़ेगी, जिवें कि एडवर्टाइजमेंट का खर्चा हो गया, ठीक है, एप्लीकेशंस रिसीव करने ते जो खर्चा हो रहा है, ब्रोकर्स हो गए, प्रोस्पेक्टस छपाना, अंडरराइटर्स नूं अपॉइंट करना, जो भी खर्चा हो रहा है वो सारा कुछ की हुंदा फ्लोटेशन कॉस्ट हुंदा है। बट वो जिहड़ा फ्लोटेशन कॉस्ट है वो तुहाडा शॉर्ट टर्म सिक्योरिटीज दे विच नहीं हुंदा। यानी कि जे तुसीं शॉर्ट टर्म सिक्योरिटीज इशू करनी तो ਉਹਦੇ ਵਿੱਚ ਤੁਹਾਨੂੰ फ्लोटेशन कॉस्ट बेयर ਕਰਨ ਦੀ ਲੋੜ नहीं ਪਊਗੀ, सो दैट मनी मार्केट ਦੇ ਵਿੱਚ जो ट्रांजैक्शन कॉस्ट ਹੁੰਦੀ ਹੈ कि मनी मार्केट इंस्ट्रूमेंट ਨੂੰ इशू ਕਰਨ ਤੇ जो खर्चा ਹੁੰਦਾ है वो अपना ਘੱਟ ਹੁੰਦਾ है।
ਸ਼ਾਰਟ ਟਰਮ ਫਾਈਨੈਂਸ਼ੀਅਲ ਐਸੈਟਸ ਦੇ ਵਿੱਚ ਮਨੀ ਮਾਰਕੀਟ ਡੀਲ ਕਰਦੀ ਹੈ, ਇਹ ਆਪਾਂ ਪੜ ਲਿਆ। ਕੰਸਿਸਟ ਆਫ ਮੈਨੀ ਸਬ ਮਾਰਕੀਟਸ, ਇਹ ਵੀ ਆਪਾਂ ਦੇਖ ਲਿਆ ਕਿ 5 ਤਰ੍ਹਾਂ ਦੇ ਇੰਸਟਰੂਮੈਂਟਸ ਮਨੀ ਮਾਰਕੀਟ ਦੇ ਵਿੱਚ ਇਸ਼ੂ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਅਕੋਰਡਿੰਗ ਮਨੀ ਮਾਰਕੀਟਸ ਵੀ ਕਿਨੇਗੇ, ਉਹਨਾਂ ਦੇ ਅਕੋਰਡਿੰਗ ਮਨੀ ਮਾਰਕੀਟ ਦੇ ਅੰਦਰ ਸਬ ਮਾਰਕੀਟਸ ਬਣੀਆਂ ਹੋਈਆਂ ਹੈਗੀਆਂ। ਟ੍ਰੇਜ਼ਰੀ ਬਿਲ ਮਾਰਕੀਟ ਹੋਗੀ, ਕਮਰਸ਼ੀਅਲ ਪੇਪਰ, ਕਮਰਸ਼ੀਅਲ ਬਿਲ ਮਾਰਕੀਟ, ਇਦਾਂ ਕੁਝ ਸਬ ਮਾਰਕੀਟਸ ਬਣੀਆਂ ਹੋਈਆਂ ਨੇਗੀਆਂ। ਤੇ ਸਪੀਡੀ ਟ੍ਰਾਂਜੈਕਸ਼ਨ ਯਾਨੀ ਕਿ ਇਹ ਮਨੀ ਮਾਰਕੀਟ ਦੇ ਵਿੱਚ ਜੇ ਤੁਸੀਂ ਟ੍ਰਾਂਜੈਕਸ਼ਨ ਕਰ ਦੋਗੇ ਤਾਂ ਉਹ ਟ੍ਰਾਂਜੈਕਸ਼ਨ ਸਪੀਡਲੀ ਹੋ ਜਾਂਦੀ ਹੈ, ਜ਼ਿਆਦਾ ਟਾਈਮ ਨਹੀਂ ਲੈਂਦੀ, ਕਿਉਂਕਿ ਆਪਾਂ ਇੱਥੇ ਸ਼ਾਰਟ ਟਰਮ ਸਿਕਿਉਰਿਟੀਜ਼ ਦੇ ਵਿੱਚ ਡੀਲ ਕਰਦੇ ਹਾਂ। ਫੀਚਰਸ ਪਤਾ ਲੱਗ ਗਏ ਤੁਹਾਨੂੰ ਮਨੀ ਮਾਰਕੀਟ ਦੇ। ਨਾਓ ਹੁਣ ਮਨੀ ਮਾਰਕੀਟ ਦੇ ਇੰਸਟਰੂਮੈਂਟਸ ਕੀ ਨੇਗੇ, 5 ਇੰਸਟਰੂਮੈਂਟਸ ਆਪਾਂ ਦੇਖੇਗੇ, ਪੰਜਾਂ ਨੂੰ 1 ਬਾय 1 ਕਰਕੇ ਪੜਾਂਗੇ। ਸਭ ਤੋਂ ਪਹਿਲਾਂ ਮਨੀ ਮਾਰਕੀਟ ਦਾ ਇੰਸਟਰੂਮੈਂਟ ਹੈ ਟ੍ਰੇਜ਼ਰੀ ਬਿਲ। ਦੇਖੋ ਟ੍ਰੇਜ਼ਰੀ ਬਿਲਸ ਜਿਹੜੇ ਹੁੰਦੇ ਹੈਗੇ ਇਹਨਾਂ ਨੂੰ ਆਪਾਂ ਜ਼ੀਰੋ ਕੂਪਨ ਬੌਂਡਸ ਵੀ ਕਹਿੰਦੇ ਹੈਗੇ। ਜੇ ਤੁਹਾਨੂੰ 1 ਮਾਰਕਸ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਜ਼ੀਰੋ ਕੂਪਨ ਬੌਂਡਸ ਕਿਹਨੂੰ ਕਿਹਾ ਜਾਂਦਾ ਹੈ, ਤੇ ਟ੍ਰੇਜ਼ਰੀ ਬਿਲਸ ਨੂੰ ਆਪਾਂ ਜ਼ੀਰੋ ਕੂਪਨ ਬੌਂਡਸ ਕਹਿੰਦੇ ਹੈਗੇ। ਤਾਂ ਦੇਖੋ ਬੇਸਿਕਲੀ ਇੱਕ ਇੰਸਟਰੂਮੈਂਟ ਹੀ ਹੁੰਦਾ ਜਿਹੜਾ ਕਿ ਸੈਂਟਰਲ ਗਵਰਨਮੈਂਟ ਦੁਆਰਾ ਇਸ਼ੂ ਕੀਤਾ ਜਾਂਦਾ ਹੈਗਾ ਇਨ ਕੇਸ ਸੈਂਟਰਲ ਗਵਰਨਮੈਂਟ ਨੂੰ ਜਦੋਂ ਵੀ ਸ਼ਾਰਟ ਟਰਮ ਆਬਲੀਗੇਸ਼ਨ ਯਾਨੀ ਕਿ ਸ਼ਾਰਟ ਟਰਮ ਫਾਈਨੈਂਸ ਦੀ ਲੋੜ ਪੈਂਦੀਗੀ ਤਾਂ ਟ੍ਰੇਜ਼ਰੀ ਬਿਲ ਸੈਂਟਰਲ ਗਵਰਨਮੈਂਟ ਇਸ਼ੂ ਕਰਕੇ ਆਪਦੇ ਫਾਈਨੈਂਸ ਦੇ ਨੀਡਸ ਨੂੰ ਪੂਰਾ ਕਰਦੀ ਹੈਗੀ। ਹੁਣ ਇਹਨਾਂ ਸਿਕਿਉਰਿਟੀਜ਼ ਤੇ ਇਹਨਾਂ ਨੇ ਕੀ ਲਿਖਿਆ ਹੈਗਾ ਕਿ ਇੰਟਰਸਟ ਨਹੀਂ ਜਨਰੇਟ ਹੁੰਦਾ। देखो कोई भी पर्सन अपनी सेविंग्स किसी कंपनी ਨੂੰ ਜਾਂ ਕਿਸੇ ਬਿਜ਼ਨਸਮੈਨ ਨੂੰ ਕਿਉਂ ਯੂਜ਼ ਕਰਨ ਲਈ ਦਊਗਾ ਜੇ ਉਹਨੂੰ ਰਿਟਰਨ ਦੇ ਵਿੱਚ ਕੋਈ ਫਾਇਦਾ ਹੋ ਰਿਹਾ ਹੋਊਗਾ। ਦੇਖੋ ਕਿਸੇ ਨੂੰ ਵੀ ਆਪਾਂ ਆਪਦੇ ਪੈਸੇ ਉਹੀ ਤਾਂ ਯੂਜ਼ ਕਰਨ ਨੂੰ ਦਵਾਂਗੇ ਨਹੀਂ, ਜੇ ਆਪਣਾ ਕੋਈ ਫਾਇਦਾ ਹੋ ਰਿਹਾ ਹੋਊਗਾ ਤਾਂ ਹੀ ਆਪਾਂ ਪੈਸੇ ਦਿੰਦੇ ਆ ਨਾ। ਕਿ ਜੇ ਮੈਂ ਲੋਨ ਵੀ ਦੇਣਾ ਉਹ ਬੰਦਾ ਮੈਨੂੰ ਲੋਨ ਤੇ ਵਿਆਜ ਦੇਊਗਾ ਤਾਂ ਹੀ ਮੈਂ ਉਹਨੂੰ ਕੁਝ ਟਾਈਮ ਲਈ ਆਪਦੇ ਪੈਸੇ ਯੂਜ਼ ਕਰਨ ਲਈ ਦਊਂਗੀ। ਤਾਂ ਸਿਮਿਲਰਲੀ ਹਰ ਇੱਕ ਇੰਸਟਰੂਮੈਂਟ ਜਿਹੜਾ ਵੀ ਤੁਸੀਂ ਇਸ਼ੂ ਕਰ ਰਹੇ ਹੋ ਉਹਦੇ ਵਿੱਚ ਜੋ ਇਨਵੈਸਟਰ ਉਸ ਇੰਸਟਰੂਮੈਂਟ ਨੂੰ ਖਰੀਦੂਗਾ ਉਹਨੂੰ ਜੇ ਕੁਛ ਨਾ ਕੁਛ ਫਾਇਦਾ ਹੋ ਰਿਹਾ ਹੋਊਗਾ ਉਹ ਫੇਰ ਹੀ ਉਸ ਇੰਸਟਰੂਮੈਂਟ ਨੂੰ ਖਰੀਦੂਗਾ। ਹੁਣ ਫਾਇਦਾ ਆਪਾਂ ਕਿਸ ਫਾਰਮ ਦੇ ਵਿੱਚ ਕਹਿ ਦਿੰਦੇ ਆ ਕਿ ਉਹ ਪੈਸੇ ਲੈਣ ਤੇ ਜਿਹੜਾ ਵੀ ਤੁਸੀਂ ਵਿਆਜ ਪੇ ਕਰਦੇ ਹੋ ਉਹ ਆਪਾਂ ਉਹਨੂੰ ਫਾਇਦਾ ਕਹਿ ਦਿੰਦੇ ਆਂਗੇ, ਠੀਕ ਹੈ। ਜੇ ਸ਼ੇਅਰਸ ਇਸ਼ੂ ਕਰ ਦੇਂਗੇ ਤਾਂ ਸ਼ੇਅਰ ਹੋਲਡਰਸ ਨੂੰ ਆਪਾਂ ਡਿਵੀਡੈਂਡ ਦੇ ਦਿੰਦੇ ਹੈਗੇ ਫਾਇਦੇ ਦੇ ਰੂਪ ਦੇ ਵਿੱਚ। ਜੇ ਤੁਸੀਂ ਲੋਨ ਵਗੈਰਾ ਲੈ ਰਹੇ ਹੋਗੇ ਤਾਂ ਲੋਨ ਹੋਲਡਰ ਨੂੰ ਆਪਾਂ ਵਿਆਜ ਪੇ ਕਰਕੇ ਫਾਇਦਾ ਪਹੁੰਚਾ ਦਿੰਦੇ ਹੈਗੇ ਉਹਨਾਂ ਦਾ ਪੈਸੇ ਯੂਜ਼ ਕਰਨ ਬਦਲੇ। ਲੇਕਿਨ ਜਿਹੜੇ ਟ੍ਰੇਜ਼ਰੀ ਬਿਲਸ ਹੁੰਦੇ ਹੈਗੇ ਨਾ ਇਹਨਾਂ ਉੱਤੇ ਇੰਟਰਸਟ ਨਹੀਂ ਪੇ ਕੀਤਾ ਜਾਂਦਾ। ਫਿਰ ਇਹ ਇਸ਼ੂ ਕਰਕੇ ਇਨਵੈਸਟਰ ਨੂੰ ਫਾਇਦਾ ਕਿਵੇਂ ਹੋਊਗਾ, ਯਾਨੀ ਕਿ ਇਹ ਖਰੀਦ ਕੇ ਇਨਵੈਸਟਰ ਨੂੰ ਕਿਵੇਂ ਫਾਇਦਾ ਹੋਊਗਾ ਜੇ ਇਸ ਤੇ ਆਪਾਂ ਇੰਟਰਸਟ ਨਹੀਂ ਦਵਾਂਗੇ। ਤਾਂ ਹਮੇਸ਼ਾ ਕੀ ਹੁੰਦਾ ਹੈਗਾ ਕਿ ਜਿਹੜੇ ਟ੍ਰੇਜ਼ਰੀ ਬਿਲਸ ਹੁੰਦੇ ਹੈਗੇ ਉਹ 25,000 ਦੇ ਮਲਟੀਪਲਸ ਇਸ਼ੂ ਕੀਤੇ ਜਾਂਦੇ ਹੈਗੇ। ਯਾਨੀ ਕਿ ਜਦੋਂ ਵੀ ਤੁਸੀਂ ਟ੍ਰੇਜ਼ਰੀ ਬਿਲ ਇਸ਼ੂ ਕਰੋਗੇ ਉਹ ਜਾਂ ਤਾਂ 25,000 ਦਾ ਹੋਊਗਾ, 50,000, 75,000, 1 ਲੱਖ, 25,000, 150 ਇਦਾਂ 25,000 ਦੇ ਮਲਟੀਪਲਸ ਦੇ ਵਿੱਚ ਹੀ ਇਸ਼ੂ ਕੀਤਾ ਜਾਊਗਾ। ਤੇ ਹਮੇਸ਼ਾ ਟ੍ਰੇਜ਼ਰੀ ਬਿਲ ਜਿੰਨੀ ਵੀ ਫੇਸ ਵੈਲਿਊ ਦਾ ਹੁੰਦਾ, ਫॉर एग्जांपल मैं 25,000 ਦਾ ਟ੍ਰੇਜ਼ਰੀ ਬਿਲ ਇਸ਼ੂ ਕਰ ਲਈ ਤਾਂ 25,000 ਦੇ ਟ੍ਰੇਜ਼ਰੀ ਬਿਲ ਦੇ ਬਦਲੇ ਇਨਵੈਸਟਰ ਤੋਂ ਮੈਂ ਰਿਸੀਵ ਕਰੂੰਗੀ 22,000। ਜ਼ਰੂਰੀ ਨਹੀਂ ਹੈਗਾ 22,000 ਹੀ ਹੋਗਾ, ਉਹ ਅਲੱਗ-ਅਲੱਗ ਅਕੋਰਡਿੰਗ ਹੁੰਦਾ ਹੈਗਾ। ਫॉर एग्जांपल ਕਿ ਮੈਂ ਰਿਸੀਵ ਕਿੰਨਾ ਕੀਤਾ 22,000 ਰਿਸੀਵ ਕੀਤਾ, ਲੇਕਿਨ ਜਦੋਂ ਇਹਦਾ ਮੈਚੁਰਿਟੀ ਪੀਰੀਅਡ ਆਊਗਾ ਯਾਨੀ ਕਿ ਪੈਸੇ ਵਾਪਸ ਕਰਨ ਦਾ ਟਾਈਮ ਆਊਗਾ ਵਾਪਸ ਆਪਾਂ ਕਿੰਨੇ ਕਰਾਂਗੇ ਜਿੰਨੀ ਫੇਸ ਵੈਲਿਊ ਹੈ। ਤਾਂ 3,000 ਰੁਪਏ ਆਪਾਂ ਇਨਵੈਸਟਰ ਤੋਂ ਰਿਸੀਵ ਘੱਟ ਕੀਤਾ ਲੇਕਿਨ ਪੈਸੇ ਕਿੰਨੇ ਦੇ ਰਹੇ ਹੈਗੇ ਪੂਰੇ 25,000 ਦੇ ਰਹੇ ਹੈਗੇ। ਤਾਂ 3,000 ਰੁਪਏ ਉਹਨੂੰ ਕੀ ਮਿਲ ਰਹੀ ਹੈਗੀ ਰਿਟਰਨ ਯਾਨੀ ਕਿ ਫਾਇਦਾ ਮਿਲ ਰਿਹਾ। ਇੰਟਰਸਟ ਨਹੀਂ ਦਿੰਦੇ ਆਪਾਂ ਉਤੋਂ, ਬਸ ਕੀ ਕਰ ਦੇंगे ਪਹਿਲਾਂ ਹੀ ਕੁਝ ਪੈਸੇ ਘੱਟ ਰਿਸੀਵ ਕਰ ਲੈਣੇ ਲੇਕਿन पैसे मोड़न ਦੇ ਟਾਈਮ ਤੇ ਪੂਰੇ ਪੈਸੇ ਮੋੜਦੇ ਜਿੰਨੀ ਵੀ ਟ੍ਰੇਜ਼ਰੀ ਬਿਲ ਦੀ ਫੇਸ ਵੈਲਿਊ ਹੁੰਦੀ ਉਹਦੇ ਅਕੋਰਡਿੰਗ। These securities do not generate interest but allow an investor to make capital gains as it is sold at a discounted rate while the entire face value is paid at the time of maturity। पूरी फेस वैल्यू जो है वो पे की जाऊगी। ट्रेजरी बिल्स ਜਿਹੜੇ ਹੈਗੇ ਗਵਰਨਮੈਂਟ ਦੁਆਰਾ ਬੈਕਡ ਅਪ ਹੁੰਦੇ ਹੈਗੇ ਸੋ ਦੈਟ ਇਹਨਾਂ ਦੇ ਵਿੱਚ ਰਿਸਕ ਜੋ ਹੁੰਦਾ ਉਹ ਨੈਗਲੀਜੀਬਲ ਹੁੰਦਾ ਹੈਗਾ ਤੇ ਇਹ ਸੋ ਦੈਟ ਇਸੇ ਕਰਕੇ ਇਹ ਕੀ ਹੈਗਾ ਇੱਕ ਬਹੁਤ ਵਧੀਆ ਆਪਸ਼ਨ ਹੈਗਾ ਉਹਨਾਂ ਇਨਵੈਸਟਰਸ ਲਈ ਜਿਹੜੇ ਕਿ ਰਿਸਕ ਘੱਟ ਲੈਣਾ ਪਸੰਦ ਕਰਦੇ ਹੈਗੇ ਕਿਉਂਕਿ ਗਵਰਨਮੈਂਟ ਇਸ਼ੂ ਕਰ ਦੇਗੀ ਤਾਂ ਇੱਥੇ ਪੈਸੇ ਡੁੱਬਣ ਦਾ ਡਰ ਵੀ ਬਹੁਤ ਘੱਟ ਹੁੰਦਾ ਹੈ। समझ आ गया ट्रेजरी बिल्स। नेक्स्ट इज कमर्शियल पेपर्स। कमर्शियल पेपर्स जेडे हुंदे हैगे ओ काम करदे हैगे ब्रिज फाइनेंसिंग दा। कमर्शियल पेपर्स काम करदे हैगे ब्रिज फाइनेंसिंग दा। हुण ब्रिज फाइनेंसिंग दा की मतलब है, देखो कोई भी कंपनी ਜਿਹੜੀ ਹੈਗੀ ਉਹਨੂੰ ਲੌਂਗ ਟਰਮ ਫਾਈਨੈਂਸ ਦੀ ਲੋੜ ਪੈਂਦੀ ਹੈਗੀ। ਲੌਂਗ ਟਰਮ ਫਾਈਨੈਂਸ ਰੇਜ਼ ਕਰਨ ਲਈ ਕੰਪਨੀਆਂ ਕੀ ਕਰਦੀਆਂ ਹੈਗੀਆਂ ਸ਼ੇਅਰਸ ਇਸ਼ੂ ਕਰਦੀਆਂ ਹੈਗੀਆਂ ਡਿਬੈਂਚਰਸ ਯਾਨੀ ਕਿ ਲੌਂਗ ਟਰਮ ਸਿਕਿਉਰਿਟੀਜ਼ ਇਸ਼ੂ ਕਰਨਗੀਆਂ। ਹੁਣ ਲੌਂਗ ਟਰਮ ਸਿਕਿਉਰਿਟੀਜ਼ ਇਸ਼ੂ ਕਰਨ ਲੱਗੇ ਆਪਾਂ ਹੁਣੀ ਪੜ੍ਹ ਕੇ ਹਟੇ ਕਿ ਉਹਨਾਂ ਨੂੰ ਫਲੋਟੇਸ਼ਨ ਕਾਸਟ ਬੀਅਰ ਕਰਨੀ ਪਊਗੀ। ਫਿਰ ਜੇ ਮੰਨ ਲਓ ਕੰਪਨੀ ਕੋਲੇ ਫਲੋਟੇਸ਼ਨ ਕਾਸਟ
ਬੀਅਰ ਕਰਨ ਜੋਗੇ ਵੀ ਪੈਸੇ ਨਹੀਂ ਹੈਗੇ ਤਾਂ ਉਹ ਪੈਸੇ ਰੇਜ਼ ਕਰਨ ਲਈ ਕੰਪਨੀ ਕੀ ਕਰਦੀ ਹੈ, ਕਮਰਸ਼ੀਅਲ ਪੇਪਰਸ ਇਸ਼ੂ ਕਰਦੀ ਹੈਗੀ। ਤਾਂ ਕਮਰਸ਼ੀਅਲ ਪੇਪਰ ਇਸ਼ੂ ਕਰਕੇ ਕੰਪਨੀ ਸ਼ਾਰਟ ਟਰਮ ਫੰਡ ਰੇਜ਼ ਕਰਦੀ ਹੈਗੀ ਸੋ ਦੈਟ ਉਹਨਾਂ ਦੀ ਆ ਜਿਹੜੀ ਫਲੋਟੇਸ਼ਨ ਕਾਸਟ ਹੈ ਇਹ ਪੂਰੀ ਬੀਅਰ ਹੋ ਸਕੇ ਤੇ ਉਹ ਲੌਂਗ ਟਰਮ ਸਿਕਿਉਰਿਟੀਜ਼ ਜਿਹੜੀਆਂ ਇਸ਼ੂ ਕਰਨਾ ਚਾਹੁੰਦੇ ਹੈਗੇ, ਲੌਂਗ ਟਰਮ ਫੰਡਸ ਰੇਜ਼ ਕਰਨ ਲਈ ਉਹ ਕਰ ਪਾਣ। ਸੋ ਤਾਂ ਹੀ ਕਰਕੇ ਇਹਨਾਂ ਨੂੰ ਬ੍ਰਿਜ ਫਾਈਨੈਂਸਿੰਗ ਕਿਹਾ ਜਾਂਦਾ ਹੈ ਕਿ ਲੌਂਗ ਟਰਮ ਸਿਕਿਉਰਿਟੀਜ਼ ਇਸ਼ੂ ਕਰਨ ਲਈ ਜੋ ਆਪਣੇ ਕੋਲੇ ਸ਼ਾਰਟ ਟਰਮ ਫਾਈਨੈਂਸ ਨਾ ਹੋਣ ਕਰਕੇ ਇੱਕ ਗੈਪ ਕ੍ਰੀਏਟ ਹੋ ਜਾਂਦਾ ਹੈਗਾ, ਉਸ ਗੈਪ ਨੂੰ ਕਮਰਸ਼ੀਅਲ ਪੇਪਰ ਫਿਲ ਅਪ ਕਰ ਦਿੰਦਾ ਹੈ। This type of money market instrument serves as a promissory note generated by a company to raise short-term finance. It is unsecured and thereby can only be used by large cap companies with renowned market reputation. Unsecured ਹੁੰਦੇ ਹੈਗੇ so that ਇੱਕ reputed company ਦੁਆਰਾ ਹੀ ਇਹ issue ਕੀਤੇ ਜਾ ਸਕਦੇ ਆ ਕਿਉਂਕਿ ਨਹੀਂ ਤਾਂ ਲੋਕ ਖਰੀਦਣਗੇ ਹੀ ਨਹੀਂ। Maturity period ਜਿਹੜਾ ਹੁੰਦਾ ਹੈਗਾ ਉਹ 15 ਦਿਨ ਤੋਂ ਲੈ ਕੇ 1 ਸਾਲ ਤੱਕ ਦਾ ਹੁੰਦਾ ਹੈਗਾ, ਯਾਨੀ ਕਿ minimum 15 days maximum 365 days ਤੇ ਇਹਦੇ ਵਿੱਚ ਲੋਅਰ ਇੰਟਰਸਟ ਰੇਟ ਜੋ ਹੈ ਉਹ पे किया जाता है। तो ये सीगा कमर्शियल पेपर। बस इनू इन्ना याद रखियो कि कमर्शियल पेपर जो है वो ब्रिज फाइनेंसिंग का काम करता है। शॉर्ट टर्म ते लॉन्ग टर्म दे विच जो गैप क्रिएट हुंदा हैगा, लॉन्ग टर्म फंड्स क्रिएट करके करन लई जो एक विच गैप क्रिएट हुंदा है कि अपने कोले शॉर्ट टर्म फंड्स भी नहीं हैगे, उन्हां लॉन्ग टर्म फंड्स नू जनरेट करन लई ओह गैप खत्म करदा है कमर्शियल पेपर। नेक्स्ट इज कॉल मनी। कॉल मनी नू कॉल लोन्स भी कहा जाता है। कॉल लोन्स जेडे हैगे ओह एक बैंक द्वारा इशू किए जाते हैं दूसरे बैंक नू। हुण तुहानू सारिआं नू इन्ना पता है, आपां इकोनॉमिक्स पढ़ते हैं कि आरबीआई द्वारा मैंडेटरी है कि हर एक बैंक सीआरआर रेशो जो है कैश रिजर्व रेशो ओह मेनटेन करूगा। कैश रिजर्व रेशो का की मतलब हैगा कि जिन्ना भी पैसा बैंक डिपॉजिट दी तौर ते रिसीव करदा है वो पैसे नू बैंक लोन देने ते यूज करदा है, इंडस्ट्रीज नू बिजनेसेस नू लोन देने वास्ते यूज करदा है। तो कैश रिजर्व रेशियो के अकॉर्डिंग जिन्ना भी पैसा डिपॉजिट के तौर पर बैंक्स को आ रहा है, बैंक सारा पैसा लोन देने लिए यूज नहीं कर सकता। बैंक को कुछ ना कुछ अमाउंट आपके को रिजर्व रखनी पऊगी कि कल नूं जे कोई भी परसन विड्रॉ करवाना आंदा है तो उन्होंने पैसे देने लिए बैंक को पैसे होण। तो हुण किसी भी बैंक को जे मान लो जिन्नी भी आरबीआई द्वारा रेशो डिसाइड की हुई है, फॉर एग्जाम्पल कि आरबीआई ने कहेगा कि 10% सीआरआर रेशो हर एक बैंक ने मेनटेन करना है। जे किसी भी बैंक की आह सीआरआर रेशो 10% मेनटेन नहीं हो रही तो इस चीज नू मेनटेन करने लिए एक बैंक जो दूजे बैंक तो लोन लैंदा हैगा शॉर्ट पीरियड लिए सिर्फ इस रेशो नू मेनटेन करने लिए, तो उन्होंने आपां कहने कॉल मनी और कॉल लोन्स। It is a segment of market where scheduled commercial banks lend or borrow. एक commercial bank lend करदा, एक commercial bank borrow करदा on short notice। short notice यानी कि 14 days, यानी कि ये जेड़ा call money है वो 14 days लिए इथों आपां funds जो है वो raise करते हैं। In order to manage day to day cash flows क्यों किते जांदे है कि जो भी अपने day to day cash flows हुंदे हैं या cash reserve ratios हुंदी है उन्हां नू maintain करन दी ये आपां instrument use करदे हैं। Interest rate जेड़ा हुंदा हैगा are rates in the market are market driven and hence highly sensitive to demand and supply. Also historically interest rates tend to fluctuate by large percentage at certain times। ते इन्ना होते एक कॉल मनी से जो भी इंटरेस्ट पे किया जाता है वो मार्केट द्वारा तय किया जाता है। ते काफी टाइम यह की करता है मतलब फ्लक्चुएट होंदा रहंदा है, ऊपर नीचे भी होंदा रहंदा है अकॉर्डिंग टू दी मार्केट। जो भी मार्केट दे विच डिमांड सप्लाई वगैरह होंदी ओदे अकॉर्डिंग ये फ्लक्चुएट भी होंदा रहंदा ते हाई इंटरेस्ट इन्ना ते आपां पे करदे। तां ये तीन सीगे मनी मार्केट इंस्ट्रूमेंट्स, ट्रेजरी बिल्स, कमर्शियल पेपर से कॉल मनी और कॉल लोन्स। समझ आई। नेक्स्ट 2 अपने को है सर्टिफिकेट ऑफ डिपॉजिट एंड कमर्शियल बिल। हुण सर्टिफिकेट ऑफ डिपॉजिट्स की हुंदे हैगे तो देखो सर्टिफिकेट ऑफ डिपॉजिट्स जिवें नॉर्मली आपां बैंक दे विच जाके पैसे जमा करवाने हैं उदां ही सर्टिफिकेट ऑफ डिपॉजिट्स भी की हुंदे हैगे जमा किए जाते हैं पैसे बैंक कोले। एक कंपनीज कोले भी आपां कर सकते हैं। मतलब देखो की हुंदा हैगा इन केस जे मान लो बैंक कोले लोन लैन वाले परसनस की डिमांड ज्यादा है ते डिपॉजिट कराने वाले लोकां दी जो रेशो है वह घट है। लोन मंगण वाले लोगों की रेशो वध है, डिपॉजिट कराने वाले लोगों की रेशो घट है। तो उस केस दे विच बैंक की करदा हैगा सर्टिफिकेट ऑफ डिपॉजिट यूज करदा है इंस्ट्रूमेंट के तौर पे कि लोगों नूं की कह दिंदा हैगा कि शॉर्ट पीरियड लई मैनू थोड़े तो पैसे चाहिए हैगे। सर्टिफिकेट डिपॉजिट इज अ नेगोशिएबल टर्म डिपॉजिट एक्सेप्टेड बाय कमर्शियल बैंक्स। इट इज यूजुअली issued through a promissory note. CDs can be issued to individuals, corporations, trusts, etc.
डायरेक्ट आ, इंडिविजुअल ਨੂੰ ਵੀ ਕਰ ਸਕਦੇ ਹੋ, ਕੰਪਨੀ ਨੂੰ, ਟਰਸਟ ਨੂੰ, ਕਿਸੇ ਨੂੰ ਵੀ ਕਰ ਸਕਦੇ ਹੋ। ਆਲਸੋ ਸੀਡੀ ਕੈਨ ਬੀ ਇਸ਼ੂਡ ਬਾय द ਕਮਰਸ਼ੀਅਲ ਬੈਂਕ ਐਟ ਅ ਡਿਸਕਾਊਂਟ ਤੇ ਵੀ ਇਸ਼ੂ ਕੀਤੇ ਜਾਂਦੇ। मतलब बेसिकली पता की है सर्टिफिकेट ऑफ डिपॉजिट्स क्यों इशू किए जाते हैं, ताकि ਵੱਧ ਤੋਂ ਵੱਧ ਲੋਕੀ आके डिपॉजिट्स कराने। जे किसी भी टाइम ते लोन लैन वाले लोकी ਵੱਧ ਹੈਗੇ ਤੇ डिपॉजिट कराने वाले लोकी घट हैगे, फिर उस केस ਦੇ ਵਿੱਚ ਲੋਕਾਂ ਨੂੰ ਇਨਕਰੇਜ ਕਰਨ ਲਈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕੀ आके डिपॉजिट्स करान, ਉਹਦੇ ਲਈ ਇਹ ਇਨਸਟਰੂਮੈਂਟ ਜੋ ਹੈ ਉਹ ਯੂਜ਼ ਕੀਤਾ ਜਾਂਦਾ ਹੈ। ਡਿਊਰੇਸ਼ਨ ਜਿਹੜਾ ਹੈਗਾ ਉਹ 3 ਮੰਥਸ ਟੂ 1 ਈਅਰ ਦੇ ਵਿੱਚ ਵੇਰੀ ਕਰੂਗਾ। ਜੇ ਇਹੀ ਚੀਜ਼ फाइनैशियल इंस्टीट्यूशंस इशू कर रहे हैं उत्थे फिर अपना जो ड्यूरेशन है वो 1 ईयर मिनिमम ते मैक्सिमम 3 ईयर्स हो जाता है। इन्हां नूं आपां पब्लिक डिपॉजिट्स भी कह दिंदे हैं। तो जनरली की होंदा, जनरल पब्लिक नूं तुसीं ये सर्टिफिकेट्स इशू कर दोगे, उन्हां तो शॉर्ट टर्म फाइनेंस दी अपनी नीड्स पूरीआं करन लई पैसे डिपॉजिट कराउण लई। नैक्सट लास्ट इज कमर्शियल बिल। चलो कोई नहीं, लास्ट इज कमर्शियल बिल। हुण कमर्शियल बिल की हुंदा हैगा, आपां अकाउंट्स दे विच एक टर्म पढ़ देंगे, बिल ऑफ एक्सचेंज। बिल ऑफ एक्सचेंज ही हुंदा है कमर्शियल बिल्स। बेसिकली इहदे विच हुंदा की हैगा कि जो सैलर है वो बायर नूं एक डॉक्यूमेंट इशू करदा हैगा कि बायर कोले हजे पैसे नहीं हैगे। देखो कोई भी बायर जो है वो सैलर तो उधार ते समान लेके गया, बायर कोले पैसे नहीं हैगे, उस केस दे विच सैलर यह इंस्ट्रूमेंट इशू करदा बायर दे नाम ते कि 3 महीनों दे विच या 2 महीनों दे विच जिन्ना भी टाइम पीरियड इन्हां दे विच एग्री होएगा उस अकॉर्डिंग बायर सैलर नूं पैसे दे के जाऊगा। तो बिल ऑफ एक्सचेंज दे थ्रू बायर जो है उन्होंने की मिल जाता है, एक शॉर्ट टर्म लई फाइनेंस मिल जाता है कि जो उहदे कोले चीज़ां खरीदण लई, समान परचेज करने लई फिलहाल पैसे नहीं हैगे, तो शॉर्ट ड्यूरेशन लई सैलर की करदा है, बिल ऑफ एक्सचेंज थ्रू उन्होंने फाइनेंस प्रोवाइड कर दिंदा हैगा। ते बिल ऑफ एक्सचेंज जिहड़ा हुंदा हैगा वो भी एक नेगोशिएबल इंस्ट्रूमेंट हुंदा है, आपां ट्रांसफर कर सकदे हांगे। हुण सैलर कोल यह बिल ऑफ एक्सचेंज होऊगा, जे इन केस सैलर नूं पैसिਆਂ ਦੀ ਲੋੜ ਪੈਂਦੀ ਹੈਗੀ ਤੇ ਇਹ इंस्ट्रूमेंट सैलर बैंक ਨੂੰ इशू कर सकदा है पैसे लैण लई, या फिर अगर सैलर ने किसी थर्ड पार्टी ਨੂੰ पैसे देने हैगे तो थर्ड एबीसी पर्सन जो भी होगा ਉਹਨੂੰ ਇਹ इंस्ट्रूमेंट इशू करके भी सैलर ਉਹਦੀ पेमेंट कर सकदा है। तो शॉर्ट टाइम पीरियड ਲਈ ਜਿਹੜਾ ਇਹ ਇੱਕ नेगोशिएबल इंस्ट्रूमेंट ਹੁੰਦਾ, ਇੱਕ पर्सन तो दूजे पर्सन के नाम से ट्रांसफर भी किया जा सकता है। तो अपनी शॉर्ट टर्म फाइनेंस नीड्स पूरी की जाती है कि मेरे को जे पैसे नहीं है तो बिल ऑफ एक्सचेंज क्रिएट करके मैं कुछ टाइम लिए उधार से समान परचेज कर लूंगी सैलर। Commercial bills also a money market instrument, works more like the bill of exchange. Business issue them to meet their short term money requirements। दी कि business दी short term money requirements होंदी कि सामान वगैरह परचेज करना है, ਉਹਦੇ ਲਈ ਇਹ इशू किया जाता है। These instruments provide much better liquidity as the same can be transferred by a large, sorry एक मिनट, as the same can be ट्रांसफर फ्रॉम वन पर्सन टू अनदर इन केस ऑफ इमीडिएट कैश रिक्वायरमेंट्स। बैटर लिक्विडिटी है प्रोवाइड कर देगा, क्योंकि जिवें कि मैं थोनू दस्सिया यह ट्रांसफर किया जा सकता है एक पर्सन तो दूजे पर्सन के नाम ते भी इन केस जे उन्होंने भी पैसों की लोड़ पै जाती हैगी शॉर्ट टर्म की। तो होपफुली थोनू आ समझ आ गए होंगे सर्टिफिकेट ऑफ डिपॉजिट की होंगे, कमर्शियल बिल की होंगे हैगे, ट्रेजरी बिल, कमर्शियल पेपर कॉल मनी की होंगे, सारा कुछ थोनू जिन्ने भी 5 इंस्ट्रूमेंट्स मनी मार्केट दे समझ आए होंगे। मनी मार्केट की होंगे, मनी मार्केट दे फीचर की होंगे, फाइनेंशियल मार्केट की, फाइनेंशियल मार्केट दे की फंक्शंस है। होपफुली थोनू समझ आया होगा। कोई भी डाउट हो या कोई भी क्वेरी हुई प्लीज कमेंट डाउन योर क्वेरीज, आप वो डिस्कस करांगे। ते आ जेडे आप मनी मार्केट दे इंस्ट्रूमेंट्स पढ़े इन्हां नूं जस्ट पढ़ लियो, ज्यादा इंपॉर्टेंट नहीं है, बट हाँ एक बार थोनू पता होना चाहिएगा कि किहड़े-किहड़े मार्केट दे विच की चीज़ां होंदियां हैगियां, कि किहड़े-किहड़े इंस्ट्रूमेंट किवें-किवें काम करदे, ये चीज़ थोनू पता होनी चाहिए हैगी। ज्यादा डिटेल दे विच ज्यादा मत्था मारन दी इन्हां ते लोड़ नहीं है। ਹੁਣ ਇਹਨੂੰ ਪੜ੍ਹ ਲਿਓ, ਕੋਈ ਵੀ ਡਾਊਟ ਹੋਏ, ਕੋਈ ਵੀ ਕੁਐਰੀ ਹੋਈ ਉਹ ਪੁੱਛ ਲਿਓ। ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕੈਪੀਟਲ ਮਾਰਕੀਟ ਬਾਰੇ, ਕੈਪੀਟਲ ਮਾਰਕੀਟ ਕੀ ਹੁੰਦੀ ਹੈ, ਕਿੰਨੇ ਤਰ੍ਹਾਂ ਦੀ ਹੁੰਦੀ ਹੈ, ਉਹ ਸਾਰਾ ਕੁਝ ਡਿਸਕਸ ਕਰਾਂਗੇ। ਮਿਲਾਂਗੇ ਨੈਕਸਟ ਲੈਕਚਰ ਦੇ ਵਿੱਚ। ਹੈਵ ਅ ਗੁੱਡ ਡੇ।